प्रभु यीशु मसीह जी ਦੇ ਮਹਾਨ ਅਤੇ ਪ੍ਰੇਮੀ ਨਾਮ ਵਿੱਚ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਰੇ ਮਸੀਹ ਯਿਸੂ ਜੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਖੁਸ਼ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ कि उन्हें सानू एक होर मौका बख्शिया कि असी उहदे वचन नूं लैके तुहाडे नाल रूबरू होईए। दोस्तों, अपने पिछले प्रोग्राम दे विच असी प्रार्थना दे बारे विस्तार दे नाल जाणिया। असी इस दे महत्व नूं जाणिया। असी जाणिया कि सानू प्रार्थना क्यों करनी चाहिदी है। असी प्रार्थना दे कारणां नूं जाणिया। ਅਸੀਂ ਉਮੀਦ ਕਰਦੇ ਹਾਂ ਕਿ ਪ੍ਰਾਰਥਨਾ ਦੇ ਉੱਤੇ ਸਾਡੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਆਤਮਿਕ ਲਾਭ ਮਿਲਿਆ ਹੋਵੇਗਾ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਅਧਿਐਨ ਕਰਨ ਜਾ ਰਹੇ ਹਾਂ। ਉਸ ਦੇ ਲਈ ਅਸੀਂ ਮੱਤੀ ਦੀ ਅੰਜੀਲ ਉਸ ਦੇ 7 ਅਧਿਆਏ ਦੀ 12 ਆਇਤ ਦੇ ਵਚਨਾਂ ਦੇ ਉੱਤੇ ਗੌਰ ਕਰਾਂਗੇ। ਸਾਡਾ ਅੱਜ ਦਾ ਵਿਸ਼ਾ ਸੁਨਹਿਰੀ ਨਿਯਮ ਹੈ। ਅੱਜ ਅਸੀਂ ਸੁਨਹਿਰੀ ਨਿਯਮ ਦੇ ਉੱਤੇ ਗੌਰ ਕਰਾਂਗੇ। ਇਹ ਨਿਯਮ ਸਾਨੂੰ ਪ੍ਰਭੂ ਯਿਸੂ ਜੀ ਨੇ ਮੱਤੀ ਦੀ ਅੰਜੀਲ ਦੇ 7 ਅਧਿਆਏ ਦੇ ਵਿੱਚ ਆਪਣੇ ਪਹਾੜੀ ਉਪਦੇਸ਼ ਦੇ ਦੌਰਾਨ ਦਿੱਤਾ। ਇਸ ਦੀ ਰੂਪਰੇਖਾ ਇਸ ਤਰ੍ਹਾਂ ਹੈ। ਸੁਨਹਿਰੀ ਨਿਯਮ ਨੰਬਰ 1, ਕੀ ਸੁਨਹਿਰਾ ਨਿਯਮ ਨਹੀਂ ਹੈ? ਇਸ ਦੇ ਅੰਦਰ ਅਸੀਂ ਜਿਹੜੇ ਬਿੰਦੂਆਂ ਨੂੰ ਵੇਖਾਂਗੇ ਉਹ ਹਨ: ਸੁਨਹਿਰੀ ਨਿਯਮ दूषित नहीं हुंदा, सुनहरी नियम निर्णायक नहीं हुंदा, सुनहरी नियम व्यापक नहीं हुंदा, सुनहरी नियम विश्वास योग्य नहीं हुंदा। नंबर 2, सुनहरी नियम की है? इस दे विच असीं वेखांगे सुनहरी नियम आपसी प्रेम लई एक तकाजा है। सुनहरी नियम प्रेम दे संबंध लई एक तकाजा है। सुनहरी नियम प्रेम दे प्रति जिम्मेदारी दा तकाजा है। सुनहरी नियम प्रेम करन दे कारण दा तकाजा है। सो दोस्तों, की तुसी तैयार हो साडे अज दे अध्ययन प्रोग्राम दे विच शामिल होण दे लई? पहाड़ा मदद लाई मैं किसनू पुकारा।
ਚੁੱਕਣਾ ਹਾਂ ਮੈਂ ਪਲ ਪਹਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਸੁਨਹਿਰਾ ਨਿਯਮ ਨੰਬਰ 1। ਕੀ ਸੁਨਹਿਰਾ ਨਿਯਮ ਨਹੀਂ ਹੈ? ਭਾਗ ਊੜਾ, ਸੁਨਹਿਰਾ ਨਿਯਮ ਦੂਸ਼ਿਤ ਨਹੀਂ ਹੁੰਦਾ। ਭਾਗ ਐੜਾ, ਸੁਨਹਿਰਾ ਨਿਯਮ ਨਿਰਣਾਇਕ ਨਹੀਂ ਹੁੰਦਾ। ਭਾਗ ਈੜੀ, ਸੁਨਹਿਰਾ ਨਿਯਮ ਵਿਆਪਕ ਨਹੀਂ ਹੁੰਦਾ। ਭਾਗ ਸੱਸਾ, ਸੁਨਹਿਰਾ ਨਿਯਮ ਵਿਸ਼ਵਾਸਯੋਗ ਨਹੀਂ ਹੁੰਦਾ। ਨੰਬਰ 2। ਸੁਨਹਿਰਾ ਨਿਯਮ ਕੀ ਹੈ? ਭਾਗ ਊੜਾ, ਸੁਨਹਿਰਾ ਨਿਯਮ ਆਪਸੀ ਪ੍ਰੇਮ ਲਈ ਤਕਾਜ਼ਾ ਹੈ। ਭਾਗ ਐੜਾ, ਸੁਨਹਿਰਾ ਨਿਯਮ ਪ੍ਰੇਮ ਦੇ ਸੰਬੰਧ ਲਈ ਤਕਾਜ਼ਾ ਹੈ। ਭਾਗ ਈੜੀ, ਸੁਨਹਿਰਾ ਨਿਯਮ ਪ੍ਰੇਮ ਦੇ ਪ੍ਰਤੀ ਜ਼ਿੰਮੇਵਾਰੀ ਦਾ ਤਕਾਜ਼ਾ ਹੈ। ਭਾਗ ਸੱਸਾ, ਸੁਨਹਿਰਾ ਨਿਯਮ ਪ੍ਰੇਮ ਕਰਨ ਦੇ ਕਾਰਨ ਲਈ ਤਕਾਜ਼ਾ ਹੈ। ਜੇ ਮੈਂ ਤੁਹਾਡੇ ਕੋਲੋਂ ਪੁੱਛਾਂ, ਬਾਈਬਲ ਵਿੱਚ ਸੁਨਹਿਰੇ ਨਿਯਮ ਦਾ ਬਖਾਨ ਕਿੱਥੇ ਹੈ, ਜਾਂ ਕਿ ਸੁਨਹਿਰਾ ਨਿਯਮ ਬਾਈਬਲ ਵਿੱਚ ਹੈ? ਮੱਤੀ 7:12 ਸੁਨਹਿਰਾ ਨਿਯਮ ਹੈ, ਅਤੇ ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਬਾਈਬਲ ਖੋਲੋ ਅਤੇ ਮੇਰੇ ਨਾਲ ਮੱਤੀ 7:12 ਵਿੱਚ ਚਲੋ, ਅਤੇ ਮੈਂ ਚਾਹੁੰਦਾ ਹਾਂ ਇਸ ਐਤ ਨੂੰ ਪੜ੍ਹੀਏ ਜੋ ਸੁਨਹਿਰਾ ਨਿਯਮ ਹੈ। ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਵੇਂ ਹੀ ਕਰੋ, ਕਿਉਂ ਜੋ ਤ੍ਰੇਤ ਅਤੇ ਨਬੀਆਂ ਦਾ ਕੋਈ ਹੀ ਮਤਲਬ ਹੈ। ਸੁਨਹਿਰਾ ਨਿਯਮ ਕੀ ਹੈ? ਪੁਰਾਣੇ ਸਮੇਂ ਵਿੱਚ ਇੰਗਲਿਸ਼ ਦੇ ਸ਼ਬਦ ਗੋਲਡਨ ਦਾ ਅਰਥ ਲਿਆ ਜਾਂਦਾ ਸੀ, ਬਹੁਤ ਉੱਤਮ, ਮਹੱਤਵਪੂਰਨ, ਅਨਮੋਲ। ਅਤੇ ਜਦ ਗੋਲਡਨ ਸ਼ਬਦ ਦੇ ਨਾਲ ਸ਼ਬਦ ਰੂਲ ਲੱਗ ਜਾਂਦਾ ਹੈ ਤਾਂ ਇਸ ਦਾ ਅਰਥ ਬਣ ਜਾਂਦਾ ਹੈ ਅਨਮੋਲ, ਕੀਮਤੀ। ਇਸ ਲਈ ਜਦ ਗੋਲਡਨ ਰੂਲ ਦਾ ਇਸਤੇਮਾਲ ਕਿਸੇ ਸੰਦੇਸ਼ ਲਈ ਕੀਤਾ ਜਾਂਦਾ ਹੈ, ਜਿਸ ਨੂੰ ਅਸੀਂ ਹੁਣੇ ਪੜ੍ਹਿਆ, ਇਸ ਦਾ ਅਰਥ ਹੈ ਜੋ ਸੱਚਾਈ ਸਾਨੂੰ ਦੱਸੀ ਗਈ ਹੈ ਉਹ ਬਹੁਤ ਹੀ ਕੀਮਤੀ ਗੱਲ ਹੈ। ਹੋ ਸਕਦਾ ਹੈ ਨੀਤੀ ਸ਼ਾਸਤਰ ਵਿੱਚ ਇਹ ਸਿਧਾਂਤ ਨਾ ਹੋਵੇ ਜੋ ਦੂਰ ਦੂਰ ਤੱਕ ਸਵੀਕਾਰ ਕੀਤਾ ਗਿਆ ਹੈ ਅਤੇ ਸਿਖਾਇਆ ਵੀ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਬੱਚੇ ਇਹ ਜਾਣ ਸਕਣ ਕਿ ਇਹ ਬਾਈਬਲ ਵਿੱਚ ਹੈ, ਉਹਨਾਂ ਨੂੰ ਗੋਲਡਨ ਰੂਲ ਦੇ ਬਾਰੇ ਸਿਖਾ ਦਿੱਤਾ ਗਿਆ ਹੈ। ਮੈਨੂੰ ਯਾਦ ਹੈ ਜਦ ਮੈਂ ਉੱਚੇ ਦਰਜੇ ਦੇ ਸਕੂਲ ਵਿੱਚ ਗਿਆ, ਜੋ ਪਹਿਲੀ ਚੀਜ਼ ਮੈਂ ਪੜ੍ਹੀ, ਮੈਂ ਸੋਚਦਾ ਹਾਂ ਉਹ ਪਹਿਲੇ ਦਰਜੇ ਦੀ ਸੀ, ਉਹ ਸੀ ਗੋਲਡਨ ਰੂਲ। ਤੁਸੀਂ ਹੁਣੇ ਆਪਣੇ ਬੋਰਡ ਉੱਤੇ ਇਸ ਨੂੰ ਲਿਖ ਕੇ ਰੱਖ ਸਕਦੇ ਹੋ, ਕਿਉਂਕਿ ਕੋਈ ਨਹੀਂ ਜਾਣਦਾ ਕਿ ਇਹ ਕਿੱਥੋਂ ਆਇਆ ਹੈ। ਇਹ ਤਾਂ ਸਾਡੇ ਪ੍ਰਭੂ ਵੱਲੋਂ ਹੈ। ਇਹ ਉਸ ਦੇ ਮਹਾਨ ਸੰਦੇਸ਼ ਦਾ ਹਿੱਸਾ ਹੈ ਜੋ ਕਦੇ ਉਸ ਨੇ ਸਿਖਾਇਆ ਸੀ, ਜੋ ਮੱਤੀ 7:12 ਵਿੱਚ ਹੈ। ਜੇ ਤੁਹਾਡੇ ਕੋਲ ਆਪਣੀ ਬਾਈਬਲ ਹੈ ਤਾਂ ਮੱਤੀ 7 ਵਿੱਚ ਜਾਓ ਅਤੇ ਉਸ ਦੇ ਬਾਅਦ ਲੂਕਾ ਅਧਿਆਏ 6 ਵਿੱਚ ਜਾਓ ਅਤੇ ਤੁਸੀਂ ਵੇਖੋਗੇ ਇਹ ਲੂਕਾ 6 ਵਿੱਚ ਦੂਸਰੇ ਪ੍ਰਸੰਗ ਵਿੱਚ ਦਰਸਾਇਆ ਗਿਆ ਹੈ, ਪਰ ਸਿਧਾਂਤ ਉਹੀ ਹੈ। ਲੂਕਾ 6:31 ਯਿਸੂ ਫਿਰ ਇੱਕ ਵਾਰ ਆਖ ਰਿਹਾ ਹੈ ਅਤੇ ਆਖਦਾ ਹੈ, ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਤਿਹਾ ਹੀ ਜਿਹਾ ਕਰੋ। ਅਤੇ ਸ਼ਬਦਾਂ ਵਿੱਚ ਤਾਂ ਕੁਝ ਅੰਤਰ ਹੈ, ਪਰ ਸੱਚਾਈ ਉਹੀ ਹੈ। ਲੂਕਾ ਵਿੱਚ ਅਸੀਂ ਵੇਖਦੇ ਹਾਂ, ਜਿਸ ਨੂੰ ਹੁਣੇ ਪੜ੍ਹਿਆ ਹੈ, ਗੋਲਡਨ ਰੂਲ ਦੂਸਰੀ ਗੱਲ ਨਾਲ ਜੁੜਿਆ ਗਿਆ ਹੈ ਜੋ ਦੱਸਦੀ ਹੈ ਕਿ ਤੁਸੀਂ ਆਪਣੇ ਪੜੋਸੀ ਨਾਲ ਕੁਝ ਕਰੋ। ਮੱਤੀ ਵਿੱਚ ਜਦ ਪ੍ਰਭੂ ਨੇ ਪ੍ਰਾਰਥਨਾ ਕਰਨ ਲਈ ਕਿਹਾ, ਉਸ ਦੇ ਨਾਲ ਲੱਗਦਾ ਹੈ। ਹੁਣ ਧਿਆਨ ਕਰੋ, ਲੂਕਾ ਦੇ ਸੰਦੇਸ਼ ਵਿੱਚ ਇਹ ਕਥਨ ਦਾ ਇੱਕ ਹਿੱਸਾ ਹੈ ਕਿ ਅਸੀਂ ਆਪਣੇ ਪੜੋਸੀ ਨਾਲ ਕਿਸ ਤਰ੍ਹਾਂ ਵਿਹਾਰ ਕਰਨਾ ਹੈ। ਮੱਤੀ ਦੇ ਲੇਖ ਵਿੱਚ ਇਹ ਸੰਦੇਸ਼ ਵਿੱਚ ਹੈ ਅਤੇ ਪਰਮੇਸ਼ਰ ਦੀ ਪ੍ਰਾਰਥਨਾ ਲਈ ਦਿੱਤੀ ਗਈ ਆਗਿਆ ਦੇ ਬਾਅਦ ਆਉਂਦਾ ਹੈ। ਜਦ ਤੁਸੀਂ ਪਹਿਲੀ ਵਾਰ ਮੱਤੀ 7:12 ਨੂੰ ਵੇਖਦੇ ਹੋ ਤਾਂ ਉੱਥੇ ਤੁਹਾਨੂੰ ਨਜ਼ਰ ਨਹੀਂ ਆਉਂਦਾ। ਸ਼ੁਰੂ ਵਿੱਚ ਲਤੀਨੀ ਭਾਸ਼ਾ ਦੇ ਨਵੇਂ ਨੇ ਵਿੱਚ ਇਸ ਐਤ ਨੂੰ ਇਸ ਤਰ੍ਹਾਂ ਪੜ੍ਹਿਆ ਜਾਂਦਾ ਸੀ, ਜੋ ਵੀ ਅੱਛੀਆਂ ਚੀਜ਼ਾਂ ਦੂਸਰਿਆਂ ਵੱਲੋਂ ਆਪਣੇ ਲਈ ਚਾਹੁੰਦੇ ਹੋ ਕਿ ਉਹਨਾਂ ਨੂੰ ਕਰਨਾ ਚਾਹੀਦਾ ਹੈ, ਤਾਂ ਤੁਸੀਂ ਵੀ ਉਹਨਾਂ ਨਾਲ ਇਸ ਤਰ੍ਹਾਂ ਹੀ ਕਰੋ, ਜੋ ਤ੍ਰੇਤ ਅਤੇ ਨਬੀਆਂ ਦਾ ਇਹੋ ਹੀ ਕਹਿਣਾ ਹੈ। ਹੁਣ ਮੱਤੀ ਅਤੇ ਲੂਕਾ ਦੋਹਾਂ ਦਾ ਸੰਬੰਧ 12ਵੀਂ ਐਤ ਦੇ ਕਥਨ ਦੇ ਅਨੁਸਾਰ ਹੈ, ਜੋ ਸਾਡੇ ਵਿਹਾਰ ਦੇ ਬਾਰੇ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਪੜੋਸੀ ਨਾਲ ਵਿਹਾਰ ਕਰਨਾ ਹੈ ਅਤੇ ਕਿਸ ਤਰ੍ਹਾਂ ਕਰਾਉਣਾ ਹੈ। ਕੁਝ ਲੋਕਾਂ ਨੇ ਤਾਂ ਇਹ ਸੁਝਾਅ ਵੀ ਦਿੱਤਾ ਕਿ ਗੋਲਡਨ ਰੂਲ ਯਿਸੂ ਮਸੀਹ ਦੀ ਦੂਜੀ ਆਗਿਆ ਦਾ ਹੀ ਇੱਕ ਅਰਥੀ ਹੈ। ਕਿ ਤੁਸੀਂ ਜਾਣਦੇ ਹੋ ਕਿ 2 ਆਗਿਆ ਕਿਹੜੀਆਂ ਹਨ? ਪਹਿਲੀ ਹੈ, ਅਤੇ ਉਸ ਨੇ ਉਹਨਾਂ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ। ਮੱਤੀ 22:37 ਇਸੇ ਲੜੀ ਵਿੱਚ ਹੀ ਦੂਜੀ ਆਗਿਆ ਜੋ ਇਸ ਤਰ੍ਹਾਂ ਹੈ,
ਤੁਹਾਨੂੰ ਆਪਣੇ ਪੜੋਸੀ ਨਾਲ ਆਪਣੇ ਵਾਂਗੂ ਹੀ ਪਿਆਰ ਕਰਨਾ ਚਾਹੀਦਾ ਹੈ। ਇਹਨਾਂ ਦੋ ਆਗਿਆ ਉੱਤੇ ਹੀ ਤ੍ਰੇਤ ਅਤੇ ਨਬੀਆਂ ਦਾ ਕਹਿਣਾ ਨਿਰਭਰ ਹੈ। ਇਸ ਲਈ ਕੁਝ ਆਖਦੇ ਹਨ ਗੋਲਡਨ ਰੂਲ ਮੱਤੀ ਵਿੱਚ ਹੈ, ਲੂਕਾ ਵਿੱਚ ਹੈ ਅਤੇ ਦੂਜੀ ਮਹਾਨ ਆਗਿਆ ਕਿ ਤੁਸੀਂ ਆਪਣੇ ਪੜੋਸੀ ਨੂੰ ਆਪਣੇ ਵਾਂਗੂ ਪਿਆਰ ਕਰੋ। ਇਸ ਲਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਰੂਪ ਵਿੱਚ ਵੇਖਦੇ ਹੋਏ ਆਖ ਸਕਦੇ ਹੋ ਕਿ ਇਹ ਸੱਚਾਈ ਲਈ ਸੋਨੇ ਦਾ ਡਲਾ ਹੈ ਜੋ ਸਾਨੂੰ ਪ੍ਰਭੂ ਦੀ ਸਿੱਖਿਆ ਤੋਂ ਮਿਲਦਾ ਹੈ। ਜੇ ਤੁਸੀਂ ਇਤਿਹਾਸ ਪੜ੍ਹਨਾ ਸ਼ੁਰੂ ਕਰੋ, ਅਤੇ ਅੱਜ ਮੈਂ ਤੁਹਾਨੂੰ ਬੋਰ ਕਰ ਨਹੀਂ ਜਾ ਰਿਹਾ, ਪਰ ਜਿਸ ਤਰ੍ਹਾਂ ਹੀ ਤੁਸੀਂ ਇਤਿਹਾਸ ਪੜ੍ਹਨਾ ਸ਼ੁਰੂ ਕਰੋਗੇ ਤੁਸੀਂ ਸਮਝ ਜਾਓਗੇ ਜਿਸ ਨੂੰ ਅਸੀਂ ਗੋਲਡਨ ਰੂਲ ਆਖਦੇ ਹਾਂ। ਇਹ ਤਾਂ ਕਰੀਮ ਵਾਂਗੂ ਹੈ ਜਿਹੜੀ ਉੱਪਰ ਆ ਜਾਂਦੀ ਹੈ। ਅਤੇ ਇਸ ਉੱਤੇ ਹੀ ਨਜ਼ਰ ਰੱਖਦੇ ਹੋਏ ਬਾਈਬਲ ਤੋਂ ਬਾਹਰ ਕਈ ਲੇਖ ਲਿਖੇ ਜਾ ਚੁੱਕੇ ਹਨ। ਜਿਸ ਤਰ੍ਹਾਂ ਕਿ ਹੁਣੇ ਹੀ ਇੱਕ ਲੇਖ ਲਿਖਿਆ ਗਿਆ ਹੈ ਜਿਸ ਦਾ ਨਾਮ ਸੀ ਦਾ ਅਪੋਲੋਲੋਜੀ ਆਫ ਅਰਾਈਸਟਾਈਸ, ਅਤੇ 15ਵੇਂ ਅਧਿਆਏ ਦੇ ਅੰਤ ਵਿੱਚ ਮਸੀਹ ਵਿਸ਼ਵਾਸ ਨੂੰ ਸੰਖੇਪ ਵਿੱਚ ਲਿਖਿਆ। ਹੁਣ ਮੈਂ ਇਸ ਲੇਖ ਨੂੰ ਚੁਣੌਤੀ ਆਖ ਸਕਦਾ ਹਾਂ ਕਿਉਂਕਿ ਪੁਰਾਣੇ ਸਮੇਂ ਦੀ ਕਲੀਸਿਆ ਵਿੱਚ ਇੱਕ ਆਦਮੀ ਸੀ ਸ਼ੁਰੂ ਦੀ ਸ਼ਤਾਬਦੀ ਵਿੱਚ ਜਿਸ ਨੂੰ ਅਸੀਂ ਸੰਸਾਰਿਕ ਮਨੁੱਖ ਆਖ ਸਕਦੇ ਹਾਂ, ਜਿਸ ਦੇ ਬਾਰੇ ਬਿਆਨ ਹੈ ਕਿ ਉਹ ਕਲੀਸਿਆ ਦੇ ਬਾਰੇ ਕੀ ਵਿਸ਼ਵਾਸ ਕਰਦਾ ਸੀ। ਉਸ ਨੇ ਕਲੀਸਿਆ ਦੇ ਬਾਰੇ ਕਿਸ ਤਰ੍ਹਾਂ ਬਿਆਨ ਕੀਤਾ। ਮੈਨੂੰ ਹੈਰਾਨਗੀ ਹੁੰਦੀ ਹੈ ਕਿ ਅੱਜ ਉਹ ਸਾਡੇ ਬਾਰੇ ਕਿਸ ਤਰ੍ਹਾਂ ਬਿਆਨ ਕਰਦੇ ਹਨ। ਇਸ ਬਿਆਨ ਨੂੰ ਸੁਣੋ ਜੋ ਇਸ ਤਰ੍ਹਾਂ ਹੈ। ਉਹ ਮਸੀਹ ਲੋਕ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਨਜਾਇਜ਼ ਸੰਬੰਧ ਨਹੀਂ ਬਣਾਉਂਦੇ। ਉਹ ਅਣਵਿਆਹੇ ਮੁੰਡੇ ਕੁੜੀਆਂ ਦੁਆਰਾ ਸਹਿਮ ਇੱਛਾ ਨਾਲ ਹਮਬਿਸਤਰੀ ਨਹੀਂ ਕਰਦੇ। ਉਹ ਝੂਠੀ ਗਵਾਹੀ ਨਹੀਂ ਦਿੰਦੇ। ਉਹ ਆਪਣੇ ਪੜੋਸੀ ਦੀ ਕਿਸੇ ਚੀਜ਼ ਦਾ ਲੋਭ ਨਹੀਂ ਕਰਦੇ। ਉਹ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਦੇ ਹਨ। ਉਹ ਆਪਣੇ ਪੜੋਸੀ ਨਾਲ ਪ੍ਰੇਮ ਕਰਦੇ ਹਨ ਅਤੇ ਉਹ ਸਹੀ ਨਿਆਂ ਕਰਦੇ ਹਨ ਜੋ ਉਹ ਆਪਣੇ ਲਈ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਹੋਵੇ। ਉਹ ਦੂਜਿਆਂ ਨਾਲ ਵੀ ਨਹੀਂ ਕਰਦੇ ਜੋ ਉਹਨਾਂ ਨੂੰ ਚੋਟ ਦਿੰਦੇ ਹਨ। ਉਹ ਉਹਨਾਂ ਲਈ ਪ੍ਰਾਰਥਨਾ ਕਰਦੇ ਹਨ ਅਤੇ ਉਹਨਾਂ ਨੂੰ ਦੋਸਤ ਬਣਾ ਲੈਂਦੇ ਹਨ। ਅਤੇ ਆਪਣੇ ਇਸ ਛੋਟੇ ਲੇਖ ਵਿੱਚ ਦੱਸਿਆ ਕਿ ਪੁਰਾਣੀ ਸ਼ਤਾਬਦੀਆਂ ਵਿੱਚ ਲੋਕ ਕਿਸ ਤਰ੍ਹਾਂ ਦੇ ਹੁੰਦੇ ਸਨ, ਅਤੇ ਅਰਸਟਾਈਡ ਨੇ ਇੱਕ ਛੋਟੀ ਜਿਹੀ ਆਪਣੀ ਰਾਏ ਦਿੱਤੀ ਕਿ ਉਹ ਕਿਸ ਤਰ੍ਹਾਂ ਗੋਲਡਨ ਰੂਲ ਦੀ ਪਾਲਣਾ ਕਰਦਾ ਸੀ। ਹੁਣ ਕਿ ਤੁਸੀਂ ਕੁਝ ਬਦਲਾਅ ਵੇਖਦੇ ਹੋ, ਹੁਣ ਉਹ ਨਹੀਂ ਕਰਦੇ ਜੋ ਉਹ ਕਰਦੇ ਸਨ। ਇਸ ਤਰ੍ਹਾਂ ਉਸ ਨੇ ਇਸ ਲੇਖ ਨੂੰ ਨਕਾਰਾਤਮਕ ਬਣਾ ਦਿੱਤਾ ਅਤੇ ਸਕਾਰਾਤਮਕ ਹਟਾ ਦਿੱਤਾ। ਯਿਸੂ ਦੀ ਵਿਆਖਿਆ ਕਰਨ ਦਾ ਤਰੀਕਾ ਬੜਾ ਰੋਚਕ ਹੈ ਕਿਉਂਕਿ ਉਸ ਨੇ ਇਸ ਨੂੰ ਸਕਾਰਾਤਮਕ ਰੂਪ ਵਿੱਚ ਪੇਸ਼ ਕੀਤਾ ਹੈ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸ ਨੇ ਵਿਆਖਿਆ ਕਰਦੇ ਹੋਏ ਇੱਕ ਮੰਗ ਕੀਤੀ। ਉਸ ਨੇ ਇਹ ਨਹੀਂ ਆਖਿਆ ਕਿ ਤੁਸੀਂ ਇਹ ਸਭ ਕਰਨਾ ਬੰਦ ਕਰੋ ਜੋ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਵੀ ਹੋਵੇ। ਇਸ ਨੂੰ ਹੀ ਲੋਕ ਗੋਲਡਨ ਰੂਲ ਆਖਦੇ ਹਨ। ਨਹੀਂ, ਯਿਸੂ ਆਖਦਾ ਹੈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੋ। ਦੂਜੇ ਸ਼ਬਦਾਂ ਵਿੱਚ ਤੁਸੀਂ ਉਹਨਾਂ ਤੱਕ ਸਕਾਰਾਤਮਕ ਸੋਚ ਰੱਖਦੇ ਹੋ, ਆਪਣੀ ਪਹੁੰਚ ਬਣਾਉਂਦੇ ਹੋ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਉਹਨਾਂ ਨਾਲ ਵੀ ਇਸ ਤਰ੍ਹਾਂ ਹੀ ਕਰੋ। ਇਹ ਹੀ ਤ੍ਰੇਤ ਅਤੇ ਨਬੀਆਂ ਦਾ ਕਹਿਣਾ ਹੈ। ਨੰਬਰ 1, ਕੀ ਸੁਨਹਿਰਾ ਨਿਯਮ ਨਹੀਂ ਹੈ? ਹੁਣ ਇੱਕ ਚੀਜ਼ ਜਿਸ ਨੂੰ ਅਸੀਂ ਜਾਣਦੇ ਹਾਂ ਜਦ ਗੋਲਡਨ ਰੂਲ ਦੇ ਬਾਰੇ ਗੱਲਬਾਤ ਕਰਦੇ ਹਾਂ, ਅਤੇ ਇਸ ਦਾ ਇੱਕ ਕਾਰਨ ਆਪਣੇ ਇਸ ਸੰਦੇਸ਼ ਵਿੱਚ ਲੈਣਾ ਚਾਹੁੰਦਾ ਹਾਂ ਜੋ ਇਹ ਛੋਟੀ ਐਤ ਦੇ ਬਾਰੇ ਹੈ, ਜਿਸ ਨੂੰ ਸਮਝਣ ਦੀ ਅਸੀਂ ਹਮੇਸ਼ਾ ਹੀ ਗਲਤੀ ਕੀਤੀ ਹੈ। ਕੀ ਤੁਸੀਂ ਇਸ ਨੂੰ ਸਮਝ ਪਾਏ ਹੋ? ਗੋਲਡਨ ਰੂਲ ਦੀ ਹਮੇਸ਼ਾ ਹੀ ਬੁਰਾਈ ਕੀਤੀ ਗਈ ਹੈ। ਇਸ ਨੂੰ ਸਮਝਣ ਵਿੱਚ ਗਲਤੀ ਕੀਤੀ ਗਈ ਹੈ, ਗਲਤ ਉਪਯੋਗ ਕੀਤਾ ਗਿਆ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਥੋੜੀ ਦੇਰ ਲਈ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੋਲਡਨ ਰੂਲ ਨਹੀਂ ਹੈ। ਇਹ ਇੱਕ ਅੱਛੀ ਵਿਆਕਰਨ ਤਾਂ ਨਹੀਂ ਹੈ, ਪਰ ਮੈਂ ਇਸ ਦੇ ਬਾਰੇ ਹੀ ਗੱਲਬਾਤ ਕਰਨ ਜਾ ਰਿਹਾ ਹਾਂ। ਭਾਵੇਂ ਇਹ ਵਿਆਕਰਨ ਹੈ ਜਾਂ ਨਹੀਂ, ਆਓ ਅਸੀਂ ਕੁਝ ਨਿਕੰਮੇ ਵਿਚਾਰਾਂ ਦੇ ਬਾਰੇ ਧਿਆਨ ਦਈਏ ਜੋ ਕਈ ਸਾਲਾਂ ਤੋਂ ਇਸ ਦੇ ਆਸੇ-ਪਾਸੇ ਘੁੰਮ ਰਹੇ ਹਨ, ਅਤੇ ਕੁਝ ਹੱਦ ਤੱਕ ਉਹਨਾਂ ਨੂੰ ਦੂਰ ਕਰ ਸਕੀਏ ਤਾਂ ਕਿ ਇਸ ਦੀ ਪਵਿੱਤਰਤਾਈ ਸਾਹਮਣੇ ਆ ਸਕੇ। ਭਾਗ ਊੜਾ। ਸੁਨਹਿਰੀ ਨਿਯਮ ਦੂਸ਼ਿਤ ਨਹੀਂ ਹੁੰਦਾ। ਸਭ ਤੋਂ ਪਹਿਲਾਂ ਗੱਲ, ਗੋਲਡਨ ਰੂਲ ਦੂਸ਼ਿਤ ਨਹੀਂ ਹੁੰਦਾ। ਗੋਲਡਨ ਰੂਲ ਪੱਕੀ ਤੌਰ ਤੇ ਇਹ ਨਹੀਂ ਕਹਿ ਰਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਦੂਜੇ ਲੋਕ ਸਾਨੂੰ ਨਜਾਇਜ਼ ਚੀਜ਼ਾਂ ਦੇਣ ਤਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਨਜਾਇਜ਼ ਚੀਜ਼ਾਂ ਦੇਈਏ। ਦੂਸਰੇ ਸ਼ਬਦਾਂ ਵਿੱਚ ਇਹ ਸਾਨੂੰ ਨਹੀਂ ਸਿਖਾਉਂਦਾ ਕਿ ਜੇ ਅਸੀਂ ਲੜਾਕੂ ਵਿਅਕਤੀ ਹਾਂ ਜੋ ਦੂਜਿਆਂ ਨੂੰ ਉਕਸਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਦੂਜੇ ਲੋਕਾਂ ਨੂੰ ਗੁੱਸਾ ਦਿਵਾਉਂਦੇ ਰਹੀਏ, ਜਾਂ ਅਸੀਂ ਇਸ ਤਰ੍ਹਾਂ ਦੇ ਵਿਅਕਤੀ ਹਾਂ ਜੋ ਦੋਸਤੀ ਅਤੇ ਹਮਦਰਦੀ ਨਾਲ
ਨਫ਼ਰਤ ਕਰਦੇ ਹਾਂ ਤੇ ਸਾਨੂੰ ਚਾਹੀਦਾ ਹੈ ਕਿ ਦੂਜਿਆਂ ਦੇ ਪ੍ਰਤੀ ਉਦਾਸੀਨ ਅਤੇ ਬੇਦਰਦੀ ਨਾਲ ਵਿਹਾਰ ਕਰੀਏ। ਸਾਡੀ ਸਮਝ ਸਾਨੂੰ ਦੱਸ ਸਕਦੀ ਹੈ ਅਤੇ ਇਸ ਲਈ ਹੀ ਸ਼ੁਰੂ ਵਿੱਚ ਹੀ ਲਿਖਣ ਵਾਲੇ ਲੇਖਕਾਂ ਨੇ ਇਹ ਸ਼ਬਦ ਅੱਛੀਆਂ ਚੀਜ਼ਾਂ ਨੂੰ ਇਸ ਐਤ ਵਿੱਚ ਜੋੜ ਦਿੱਤਾ, ਕਿਉਂਕਿ ਇਸ ਐਤ ਨੂੰ ਜ਼ਰੂਰਤ ਸੀ ਕਿ ਇਸ ਸੰਦਰਭ ਵਿੱਚ ਹੀ ਲਿਆ ਜਾਵੇ। ਯਿਸੂ ਸਾਨੂੰ ਇਹ ਮੌਕਾ ਨਹੀਂ ਦੇਣਾ ਚਾਹੁੰਦਾ ਸੀ ਕਿ ਅਸੀਂ ਸਰਬੰਧ ਤੋਂ ਬਾਹਰ ਹੋ ਕੇ ਦੂਜਿਆਂ ਨੂੰ ਬੁਰੀਆਂ ਚੀਜ਼ਾਂ ਦਈਏ, ਕਿਉਂ ਜੋ ਅਸੀਂ ਚਾਹੁੰਦੇ ਹਾਂ ਕਿ ਉਹ ਵੀ ਸਾਡੇ ਨਾਲ ਇਸ ਤਰ੍ਹਾਂ ਬੁਰਾ ਕਰਨ। ਦੂਜੇ ਸ਼ਬਦਾਂ ਵਿੱਚ, ਜਿਸ ਤਰ੍ਹਾਂ ਕਿ ਮੈਂ ਹੁਣੇ ਹੀ ਆਖਿਆ, ਜੇ ਤੁਸੀਂ ਨਜਾਇਜ਼ ਚੀਜ਼ ਨੂੰ ਚਾਹੁੰਦੇ ਹੋ ਤਾਂ ਦੂਜੇ ਨਾਲ ਨਜਾਇਜ਼ ਕਰੋ, ਤਾਂ ਕਿ ਉਹ ਵੀ ਤੁਹਾਡੇ ਨਾਲ ਬਦਲੇ ਵਿੱਚ ਕੁਝ ਨਜਾਇਜ਼ ਕਰੇ। ਇਹ ਐਤ ਤਾਂ ਦੱਸ ਰਹੀ ਹੈ ਕਿ ਅਸੀਂ ਪਰਮੇਸ਼ਰ ਦੇ ਇਹਨਾਂ ਸ਼ਬਦਾਂ ਤੋਂ ਇੱਕ ਪਵਿੱਤਰ ਸਿਧਾਂਤ ਲੈਣ ਨੂੰ ਕੋਸ਼ਿਸ਼ ਕਰੀਏ, ਪਰ ਵੇਖਦੇ ਹਾਂ ਕਿ ਕੁਝ ਗੈਰ ਮਜ਼ਹਬੀ ਲੋਕਾਂ ਨੇ, ਨੀਤੀ ਸ਼ਾਸਤਰ ਅਤੇ ਦਰਸ਼ਨਿਕ ਲੋਕਾਂ ਨੇ ਇਸ ਨੂੰ ਦੂਸ਼ਿਤ ਕਰ ਦਿੱਤਾ ਹੈ। ਗੋਲਡਨ ਰੂਲ ਵਿੱਚ ਤਾਂ ਇਹ ਕਿਤੇ ਨਹੀਂ ਲਿਖਿਆ ਗਿਆ ਕਿ ਦੂਜੇ ਲੋਕਾਂ ਕੋਲੋਂ ਅਛਾਈ ਦੇ ਇਲਾਵਾ ਕੁਝ ਹੋਰ ਲੈਣ ਦੀ ਕੋਸ਼ਿਸ਼ ਕਰੋ। ਪਰਮੇਸ਼ਰ ਤਾਂ ਆਪਣੇ ਬੱਚਿਆਂ ਨੂੰ ਅੱਛੀਆਂ ਚੀਜ਼ਾਂ ਦੇਣਾ ਚਾਹੁੰਦਾ ਹੈ ਜੋ ਮੰਗਦੇ ਹਨ, ਇਸ ਲਈ ਉਸ ਨੂੰ ਬਦਨਾਮ ਨਾ ਕਰੋ ਅਤੇ ਜੋ ਲੋਕ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਰੋਕੋ ਅਤੇ ਉਹਨਾਂ ਦਾ ਰਾਸਤਾ ਬਦਲਣ ਦੇ ਲਈ ਉਹਨਾਂ ਨੂੰ ਆਖੋ। ਤੁਸੀਂ ਤਾਂ ਸਦਰਮ ਨੂੰ ਬਦਲ ਦਿੱਤਾ ਹੈ, ਜਿਸ ਲਈ ਇਹ ਸਿਧਾਂਤ ਦਿੱਤਾ ਹੈ। ਤੁਸੀਂ ਇਸ ਨਿਯਮ ਨੂੰ ਆਪਣੀ ਨੀਤੀ ਨਾਲ ਦੂਸ਼ਿਤ ਨਹੀਂ ਕਰ ਸਕਦੇ ਅਤੇ ਯਤਨ ਕਰੋ ਅਸੀਂ ਸਹੀ ਸਦਰਭ ਵਿੱਚ ਸਮਝ ਸਕੀਏ। ਭਾਗ ਐੜਾ, ਸੁਨਹਿਰੀ ਨਿਯਮ ਨਿਰਣਾਇਕ ਨਹੀਂ ਹੁੰਦਾ। ਇਸ ਦਾ ਭਾਵ ਇਹ ਨਹੀਂ ਲੈਣਾ ਚਾਹੀਦਾ ਕਿ ਅਸੀਂ ਦੂਸਰਿਆਂ ਨਾਲ ਉਹ ਕਰੀਏ ਜੋ ਸਾਨੂੰ ਚਾਹੀਦਾ ਹੈ ਤਾਂ ਕਿ ਦੂਜਿਆਂ ਕੋਲੋਂ ਸਾਨੂੰ ਮਿਲ ਜਾਏ। ਦੂਜੇ ਸ਼ਬਦਾਂ ਵਿੱਚ, ਸਾਡੀ ਪਰਿਸਥਿਤੀ ਦੂਜਿਆਂ ਤੋਂ ਅਲੱਗ ਹੋ ਸਕਦੀਆਂ ਹਨ। ਜੇ ਤੁਸੀਂ ਨਿਰਣਾਇਕ ਰੂਪ ਵਿੱਚ ਇਸ ਦਾ ਪ੍ਰਯੋਗ ਕਰਦੇ ਹੋ ਤਾਂ ਤੁਸੀਂ ਇਸ ਨੂੰ ਆਪਣੀ ਸੇਵਾ ਕਰਨ ਵਾਲਾ ਨਿਯਮ ਬਣਾ ਦਿੰਦੇ ਹੋ। ਕੀ ਇਹ ਸੱਚ ਨਹੀਂ ਹੈ? ਮੈਂ ਤੁਹਾਨੂੰ ਆਪਣੇ ਵਰਗਾ ਬਣਾਉਣ ਜਾ ਰਿਹਾ ਹਾਂ, ਕਿਉਂਕਿ ਮੈਂ ਤੁਹਾਨੂੰ ਉਹ ਦੇ ਰਿਹਾ ਹਾਂ ਜੋ ਮੇਰੇ ਲਈ ਮਹੱਤਵਪੂਰਨ ਹੈ ਅਤੇ ਤੁਸੀਂ ਮੈਨੂੰ ਉਹ ਹੀ ਵਾਪਸ ਦਿਓਗੇ ਜੋ ਮੇਰੇ ਲਈ ਮਹੱਤਵਪੂਰਨ ਹੈ। ਇਸ ਲਈ ਆਪਣੇ ਜੀਵਨ ਵਿੱਚ ਵੇਖਣਾ ਸ਼ੁਰੂ ਕਰੋ ਕਿ ਅਸੀਂ ਇਸ ਨਿਯਮ ਨੂੰ ਗਲਤ ਤਰੀਕੇ ਨਾਲ ਇਸਤੇਮਾਲ ਨਾ ਕਰੀਏ। ਜੇ ਤੁਸੀਂ ਕਿਸੇ ਹਵਾਈ ਕਲੱਬ ਦੇ ਮੈਂਬਰ ਹੋ ਅਤੇ ਉਡਾਨ ਕਰਨ ਦੇ ਸ਼ੌਕੀਨ ਹੋ ਤਾਂ ਤੁਸੀਂ ਇੱਕ ਗੋਲਡਨ ਕਾਰਡ ਬਣਾ ਲੈਂਦੇ ਹੋ, ਪਰ ਜੇ ਤੁਸੀਂ ਬਹੁਤ ਜ਼ਿਆਦਾ ਉਡਾਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਲੈਟੀਨਮ ਕਾਰਡ ਬਣਾਉਂਦੇ ਹੋ। ਇਸ ਗੱਲ ਦਾ ਮਤਲਬ ਹੈ ਪਲੈਟੀਨਮ ਕਾਰਡ ਗੋਲਡਨ ਕਾਰਡ ਤੋਂ ਕੁਝ ਅੱਛਾ। ਕਹਿਣ ਦਾ ਅਰਥ ਹੈ ਪਲੈਟੀ ਕਾਰਡ ਰੂਲ ਗੋਲਡਨ ਰੂਲ ਤੋਂ ਕੁਝ ਅੱਛਾ ਹੈ। ਆਓ ਮੈਂ ਦੱਸਾਂ ਕਿ ਇਸ ਬਾਰੇ ਮੈਂ ਕੀ ਸੋਚਦਾ ਹਾਂ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪਲੈਟੀ ਰੂਲ ਕੀ ਹੈ? ਇਸ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ। ਤੁਸੀਂ ਉਹਨਾਂ ਨਾਲ ਉਹ ਕਰੋ ਜੋ ਆਪਣੇ ਲਈ ਚਾਹੁੰਦੇ ਹਨ। ਇਹ ਹੀ ਪਲੈਟੀਨਮ ਰੂਲ ਹੈ। ਇਸਤੇਮਾਲ ਵਪਾਰ ਆਦਿ ਲਈ ਕੀਤਾ ਜਾਂਦਾ ਹੈ। ਗੋਲਡਨ ਰੂਲ ਦੂਜੇ ਲੋਕਾਂ ਦੇ ਵਿਵਹਾਰ ਵਿੱਚ ਬਦਲਾਅ ਲੈ ਕੇ ਉਹਨਾਂ ਦਾ ਭਲਾ ਕਰਦਾ ਹੈ, ਨਾ ਕਿ ਸਿਰਫ ਤੁਹਾਡਾ। ਇਸ ਦਾ ਅਰਥ ਹੈ ਸਾਡੇ ਆਸੇ-ਪਾਸੇ ਦੇ ਲੋਕ ਸਾਡੇ ਵਿਹਾਰ ਕਰਕੇ ਸਕੂਨ ਪਾਉਂਦੇ ਹਨ। ਇਸ ਦਾ ਮਤਲਬ ਹੈ ਅਸੀਂ ਆਪਣੇ ਗਿਆਨ ਅਤੇ ਤਰੀਕੇ ਨਾਲ ਯਤਨ ਕਰਕੇ ਸੁੱਖ ਚੈਨ ਦੇ ਸਕਦੇ ਹਾਂ। ਜਦ ਕਿ ਮੈਂ ਕੁਝ ਹੱਦ ਤੱਕ ਪਰੇਸ਼ਾਨ ਹਾਂ ਕਿਉਂ ਜੋ ਸਾਡੇ ਪ੍ਰਭੂ ਦੇ ਸ਼ਬਦਾਂ ਨੂੰ ਦੂਸ਼ਿਤ ਕੀਤਾ ਗਿਆ ਹੈ ਅਤੇ ਮੈਂ ਨਹੀਂ ਚਾਹੁੰਦਾ ਕੋਈ ਇਸ ਤਰ੍ਹਾਂ ਕਰੇ। ਮੈਂ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਹਾਂ ਕਿ ਪਲੈਟੀਨਮ ਰੂਲ ਦੇ ਕੁਝ ਫਾਇਦੇ ਹਨ, ਕਿਉਂਕਿ ਇਹ ਉਸ ਲੜੀ ਵਿੱਚ ਬਣਾਇਆ ਗਿਆ ਸੀ ਜੋ ਸਾਡੇ ਪ੍ਰਭੂ ਨੇ ਕਿਹਾ ਸੀ। ਯਿਸੂ ਨੇ ਇਹ ਨਹੀਂ ਕਿਹਾ ਸੀ ਤੁਸੀਂ ਆਪਣੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਅੱਗੇ ਰੱਖ ਕੇ ਅਤੇ ਆਪਣੀ ਚਾਹਤ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰੋ, ਕਿਉਂਕਿ ਉਹ ਉਹੀ ਕਰਨ ਜੋ ਤੁਸੀਂ ਚਾਹੁੰਦੇ ਹੋ। ਯਿਸੂ ਤੋਂ ਗੋਲਡਨ ਰੂਲ ਦੇ ਬਾਰੇ ਕਹਿ ਰਿਹਾ ਹੈ, ਦੂਜੇ ਲੋਕਾਂ ਦੇ ਬਾਰੇ ਜਾਣੋ ਕਿ ਉਹ ਕੌਣ ਹਨ ਅਤੇ ਵੇਖੋ ਕਿ ਉਹਨਾਂ ਦੀ ਜ਼ਰੂਰਤ ਕੀ ਹਨ, ਅਤੇ ਫਿਰ ਸਮਝਦਾਰੀ ਨਾਲ ਇਹ ਜਾਣਦੇ ਹੋਏ ਕਿ ਜੇ ਅਸੀਂ ਉਹਨਾਂ ਦੀ ਜਗ੍ਹਾ ਤੇ ਹੁੰਦੇ ਤਾਂ ਕਿਸ ਤਰ੍ਹਾਂ ਚਾਹੁੰਦੇ ਕਿ ਲੋਕ ਸਾਡੇ ਨਾਲ ਵਿਹਾਰ ਕਰਨ। ਇਹ ਅਸਲ ਵਿੱਚ ਦੂਜੀ ਆਗਿਆ ਹੈ, ਆਪਣੇ ਪੜੋਸੀ ਨਾਲ ਪ੍ਰੇਮ ਕਰੋ ਜਿਵੇਂ ਆਪਣੇ ਆਪ ਨੂੰ ਕਰਦੇ ਹੋ। ਯਿਸੂ ਤਾਂ ਇਸ ਤਰ੍ਹਾਂ ਕਹਿ ਰਿਹਾ ਸੀ। ਇਸ ਲਈ ਗੋਲਡਨ ਰੂਲ ਨਿਰਣਾਇਕ ਨਹੀਂ ਹੈ। ਇਸ ਨੂੰ ਆਖਰੀ ਅੱਖਰ ਨਾ ਲਵੋ। ਮੈਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਮੈਂ ਉਸ ਨਾਲ ਇਸ ਤਰ੍ਹਾਂ ਕਰਾਂਗਾ ਅਤੇ ਉਹ ਮੇਰੇ ਨਾਲ ਉਸ ਤਰ੍ਹਾਂ ਹੀ ਕਰੇਗਾ। ਇਹ ਗੋਲਡਨ ਰੂਲ ਨਹੀਂ ਹੈ। ਕੀ ਤੁਸੀਂ ਮੇਰੇ ਨਾਲ ਸਹਿਮਤ ਹੋ? ਭਾਗ ਈੜੀ, ਸੁਨਹਿਰਾ ਨਿਯਮ ਵਿਆਪਕ ਨਹੀਂ ਹੁੰਦਾ। ਹੁਣ ਤੀਸਰੀ ਗੱਲ, ਸੁਨਹਿਰਾ ਨਿਯਮ ਵਿਆਪਕ ਨਹੀਂ ਹੈ। ਹੁਣ ਕੁਝ ਲੋਕ ਆਖਦੇ ਹਨ ਸਾਨੂੰ ਸਭ ਨੂੰ ਜ਼ਰੂਰਤ ਹੈ ਕਿ ਅਸੀਂ ਆਪਣਾ ਜੀਵਨ ਗੋਲਡਨ ਰੂਲ ਦੇ ਮੁਤਾਬਕ ਜੀਵੀਏ।
ਤਾਂ ਸਾਰੇ ਜਗਤ ਦਾ ਭਲਾ ਹੋ ਜਾਵੇਗਾ, ਸਭ ਕੁਝ ਠੀਕ ਹੋ ਜਾਵੇਗਾ, ਅਸੀਂ ਸਭ ਸਵਰਗ ਜਾਵਾਂਗੇ ਅਤੇ ਇਹ ਇੱਕ ਬਹੁਤ ਹੀ ਸੋਹਣਾ ਨਜ਼ਾਰਾ ਹੋਵੇਗਾ। ਧਿਆਨ ਕਰੋ, ਗੋਲਡਨ ਰੂਲ ਵਿੱਚ ਨੈਤਿਕਤਾ ਦੇ ਸਾਰੇ ਸਿਧਾਂਤ ਇਕੱਠੇ ਹੋ ਕੇ ਨਹੀਂ ਜੁੜੇ ਹੋਏ ਕਿ ਸਭ ਲੋਕ ਇਸ ਨੂੰ ਅਪਣਾ ਕੇ ਜਗਤ ਦੀ ਸਾਰੀ ਬਿਮਾਰੀ ਨੂੰ ਠੀਕ ਕਰ ਸਕਦੇ ਹਨ। ਤੁਸੀਂ ਗੋਲਡਨ ਰੂਲ ਨੂੰ ਅਪਣਾ ਕੇ ਸਵਰਗ ਨਹੀਂ ਜਾ ਸਕਦੇ। ਇਹ ਤੁਹਾਨੂੰ ਨਹੀਂ ਬਚਾਵੇਗਾ। ਇਸ ਦੇ ਕੋਲ ਸ਼ਕਤੀ ਨਹੀਂ ਹੈ ਕਿ ਤੁਹਾਡੇ ਪਾਪ ਮਾਫ ਕਰ ਦੇਵੇ ਜਾਂ ਪਰਮੇਸ਼ਰ ਦੇ ਸਾਹਮਣੇ ਤੁਹਾਨੂੰ ਨਿਰਦੋਸ਼ ਸਾਬਤ ਕਰ ਸਕੇ। ਸਾਡੇ ਪ੍ਰਭੂ ਨੇ ਆਪਣੀ ਸਿੱਖਿਆ ਵਿੱਚ ਸਾਨੂੰ ਇੱਕ ਮਹਾਨ ਨਿਯਮ ਦਿੱਤਾ, ਪਰ ਅਸੀਂ ਇਸ ਨੂੰ ਵਿਆਪਕ ਨਾ ਸਮਝ ਲਈਏ। ਜਦ ਲੋਕ ਸਾਨੂੰ ਗੰਦਗੀ ਦੇਣ ਤਾਂ ਅਸੀਂ ਆਪਣੇ ਜੀਵਨ ਵਿੱਚ ਗੋਲਡਨ ਰੂਲ ਨੂੰ ਅਪਣਾਈਏ ਤਾਂ ਜਗਤ ਦਾ ਭਲਾ ਹੋ ਸਕਦਾ ਹੈ। ਭਾਗ ਸੱਸਾ, ਸੁਨਹਿਰਾ ਨਿਯਮ ਵਿਸ਼ਵਾਸਯੋਗ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੰਮ ਕਿਉਂ ਨਹੀਂ ਕਰਦਾ। ਨੰਬਰ 4, ਗੋਲਡਨ ਰੂਲ ਵਿਸ਼ਵਾਸਯੋਗ ਨਹੀਂ ਹੈ। ਤੁਸੀਂ ਜਾਣਦੇ ਹੋ ਕਿਉਂ? ਕੋਈ ਇਸ ਨੂੰ ਨਹੀਂ ਸਮਝ ਸਕਦਾ ਕਿ ਕੋਈ ਇੱਕ ਗਵਾਹੀ ਦੇ ਸਕਦਾ ਹੈ, ਕੋਈ ਨਹੀਂ ਦੇ ਸਕਦਾ। ਇਸ ਨਿਯਮ ਦੇ ਲਈ ਪਰੇਸ਼ਾਨੀ ਕੀ ਹੈ? ਇਹ ਇਨਸਾਨੀ ਜਾਮੇ ਵਿੱਚ ਕਮਜ਼ੋਰ ਹੈ। ਇਸ ਨੂੰ ਯਾਦ ਰੱਖੋ, ਇਹ ਕਮਜ਼ੋਰ ਹੈ ਕਿਉਂਕਿ ਸਾਡੇ ਕੋਲ ਸ਼ਕਤੀ ਨਹੀਂ ਕਿ ਅਸੀਂ ਇਸ ਉੱਤੇ ਅਮਲ ਕਰ ਸਕੀਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅਤੇ ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ, ਪਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਹਾਂ ਕਿ ਇੱਕ ਵੀ ਵਿਅਕਤੀ ਨਹੀਂ ਹੈ, ਭਾਵੇਂ ਉਹ ਕਿੰਨਾ ਵੀ ਅੱਛਾ ਹੋਵੇ, ਜਿਸ ਨੇ ਕਿ ਪਿਛਲੇ ਹਫ਼ਤੇ ਆਪਣੇ ਸ਼ਬਦਾਂ ਦੇ ਦੁਆਰਾ ਜਾਂ ਆਪਣੇ ਕੰਮਾਂ ਦੇ ਦੁਆਰਾ ਪੂਰੀ ਤਰ੍ਹਾਂ ਗੋਲਡਨ ਰੂਲ ਦੀ ਪਾਲਣਾ ਕੀਤੀ ਹੋਵੇ। ਕੋਈ ਇਸ ਨੂੰ ਨਹੀਂ ਕਰ ਸਕਦਾ। ਕੀ ਕਰ ਸਕਦੇ ਹਨ? ਮੈਂ ਇਸ ਨੂੰ ਨਹੀਂ ਕਰ ਸਕਦਾ। ਇਸ ਲਈ ਮੈਂ ਤੁਹਾਨੂੰ ਇਸ ਦੇ ਬਾਰੇ ਸੱਚਾਈ ਦੱਸਦਾ ਹਾਂ। ਮੈਂ ਇਸ ਨੂੰ ਨਹੀਂ ਕਰ ਸਕਦਾ। ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਮੈਂ ਸਰੀਰ ਵਿੱਚ ਹਾਂ, ਮੈਂ ਕਮਜ਼ੋਰ ਹਾਂ। ਕਿ ਤੁਸੀਂ ਹੋ? ਤੁਸੀਂ ਕਿਸੇ ਨੂੰ ਗੰਦਗੀ ਦੇਣ ਦਾ ਅਵਸਰ ਨਹੀਂ ਦੇ ਸਕਦੇ ਜੇ ਤੁਸੀਂ ਸਿਰਫ ਗੋਲਡਨ ਰੂਲ ਦੀ ਪਾਲਣਾ। ਪਿਆਰੇ ਦਰਸ਼ਕੋ, ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਹਾਜ਼ਰ ਰਹੇ। ਦੋਸਤੋ, ਅੱਜ ਅਸੀਂ ਮੱਤੀ ਦੀ ਅੰਜੀਲ ਦੇ 7 ਅਧਿਆਇ ਦੀ 12 ਆਇਤ ਦੇ ਉੱਤੇ ਗੌਰ ਕਰ ਰਹੇ ਸੀ। ਇਸ ਆਇਤ ਦੇ ਵਿੱਚ ਯਿਸੂ ਜੀ ਨੇ ਕੁਝ ਆਖਿਆ, ਉਹਨੂੰ ਸੁਨਹਿਰਾ ਨਿਯਮ ਕਿਹਾ ਜਾਂਦਾ ਹੈ। ਸੁਨਹਿਰੇ ਨਿਯਮ ਦਾ ਅਰਥ ਹੈ, ਇਸ ਦਾ ਅਰਥ ਹੈ ਅਨਮੋਲ ਨਿਯਮ। ਇਸ ਦਾ ਅਰਥ ਇਹ ਹੈ ਕਿ ਜੋ ਸੱਚਾਈ ਸਾਨੂੰ ਦੱਸੀ ਗਈ ਹੈ ਉਹ ਬਹੁਤ ਹੀ ਕੀਮਤੀ ਗੱਲ ਹੈ। ਹੋ ਸਕਦਾ ਹੈ ਕਿ ਨੀਤੀ ਸ਼ਾਸਤਰ ਦੇ ਵਿੱਚ ਇਹ ਸਿਧਾਂਤ ਨਾ ਹੋਵੇ। ਮਸੀਹੀ ਪਰਿਵਾਰਾਂ ਦੇ ਵਿੱਚ ਇਸ ਤੋਂ ਪਹਿਲਾਂ ਕਿ ਬੱਚੇ ਇਹ ਜਾਣਨ ਕਿ ਇਹ ਬਾਈਬਲ ਦੇ ਵਿੱਚ ਹੈ, ਉਹਨਾਂ ਨੂੰ ਸੁਨਹਿਰੀ ਨਿਯਮ ਦੇ ਬਾਰੇ ਸਿਖਾ ਦਿੱਤਾ ਜਾਂਦਾ ਹੈ। ਅਸੀਂ ਇਹ ਨਿਯਮ ਲੂਕਾ ਦੀ ਇੰਜੀਲ ਦੇ 6 ਅਧਿਆਇ ਦੀ 31 ਆਇਤ ਦੇ ਵਿੱਚ ਵੀ ਇੱਕ ਦੂਜੇ ਪ੍ਰਸੰਗ ਵਿੱਚ ਵੇਖਦੇ ਹਾਂ, ਪਰ ਸਿਧਾਂਤ ਉਹੀ ਹੈ। ਇਹ ਆਇਤ ਸਾਡੇ ਵਿਵਹਾਰ ਨਾਲ ਸੰਬੰਧ ਰੱਖਦੀ ਹੈ ਅਤੇ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਆਪਣੇ ਪੜੋਸੀ ਦੇ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਸੁਨਹਿਰੀ ਨਿਯਮ ਯਿਸੂ ਮਸੀਹ ਦੀ 2 ਆਗਿਆਵਾਂ ਦਾ ਹੀ ਹਿੱਸਾ ਹੈ। ਕੀ ਤੁਸੀਂ ਇਹਨਾਂ 2 ਆਗਿਆਵਾਂ ਨੂੰ ਜਾਣਦੇ ਹੋ? ਯਿਸੂ ਨੇ ਆਪਣੀ ਪਹਿਲੀ ਆਗਿਆ ਦੇ ਵਿੱਚ ਕਿਹਾ ਕਿ ਤੂੰ ਆਪਣੇ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ। ਮੱਤੀ 22:37। ਇਸੇ ਲੜੀ ਵਿੱਚ ਦੂਜੀ ਆਗਿਆ ਹੈ, ਆਪਣੇ ਪੜੋਸੀ ਨੂੰ ਆਪਣੇ ਵਾਂਗ ਪਿਆਰ ਕਰ। ਇਸੇ ਨੂੰ ਸੁਨਹਿਰੀ ਆਇਤ ਕਿਹਾ ਜਾਂਦਾ ਹੈ ਅਤੇ ਇਹਨਾਂ 2 ਆਗਿਆਵਾਂ ਦੇ ਉੱਤੇ ਹੀ ਤੋਰੇਤ ਅਤੇ ਨਬੀਆਂ ਦਾ ਕਹਿਣਾ ਨਿਰਭਰ ਹੈ। ਇਹ ਸੱਚਾਈ ਦੇ ਲਈ ਸੋਨੇ ਦਾ ਡਲਾ ਹੈ ਜੋ ਸਾਨੂੰ ਪ੍ਰਭੂ ਯਿਸੂ ਜੀ ਦੀ ਸਿੱਖਿਆ ਤੋਂ ਮਿਲਦਾ ਹੈ। ਯਿਸੂ ਜੀ ਨੇ ਇਸ ਨਿਯਮ ਨੂੰ ਬੜੇ ਹੀ ਸਕਾਰਾਤਮਕ ਰੂਪ ਵਿੱਚ ਪੇਸ਼ ਕੀਤਾ। ਉਹਨਾਂ ਨੇ ਕਿਹਾ ਕਿ ਜੋ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਦੇ ਨਾਲ ਉਸੇ ਤਰ੍ਹਾਂ ਹੀ ਕਰੋ। ਦੂਜੇ ਸ਼ਬਦਾਂ ਵਿੱਚ, ਤੁਸੀਂ ਆਪਣੇ ਪੜੋਸੀ ਦੇ ਪ੍ਰਤੀ ਸਕਾਰਾਤਮਕ ਸੋਚ ਰੱਖਦੇ ਹੋ ਅਤੇ ਉਸ ਤੱਕ ਆਪਣੀ ਪਹੁੰਚ ਬਣਾਉਂਦੇ ਹੋ। ਅਸੀਂ ਸਿੱਖਿਆ ਕਿ ਸੁਨਹਿਰੀ ਨਿਯਮ ਦੂਸ਼ਿਤ ਨਹੀਂ ਹੁੰਦਾ।
ਸੁਨਾਰੀ ਆਇਤ ਇਹ ਨਹੀਂ ਕਹਿ ਰਹੀ ਹੈ ਕਿ ਜੇਕਰ ਦੂਜੇ ਲੋਕ ਸਾਨੂੰ ਨਜਾਇਜ਼ ਚੀਜ਼ਾਂ ਦਿੰਦੇ ਹਨ ਤਾਂ ਅਸੀਂ ਵੀ ਉਹਨਾਂ ਨੂੰ ਨਜਾਇਜ਼ ਚੀਜ਼ਾਂ ਦਈਏ। ਸਾਨੂੰ ਇਹਨਾਂ ਚੀਜ਼ਾਂ ਨੂੰ ਰੋਕਣਾ ਚਾਹੀਦਾ ਹੈ। ਇਹਦਾ ਅਰਥ ਇਹ ਹੈ ਕਿ ਸਾਡੇ ਆਸੇ-ਪਾਸੇ ਦੇ ਲੋਕ ਸਾਡੇ ਕੋਲੋਂ ਸਕੂਨ ਪਾਉਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਗਿਆਨ ਅਤੇ ਤਰੀਕੇ ਨਾਲ ਯਤਨ ਕਰਕੇ ਸੁੱਖ ਚੈਨ ਹਾਸਿਲ ਕਰ ਸਕਦੇ ਹਾਂ। ਸੁਨਹਿਰੀ ਨਿਯਮ ਨਿਰਣਾਇਕ ਨਹੀਂ ਹੈ ਕਿ ਜੋ ਸਾਡੇ ਨਾਲ ਹੋਵੇ ਉਹੀ ਅਸੀਂ ਦੂਜਿਆਂ ਦੇ ਨਾਲ ਵੀ ਕਰੀਏ। ਅਸੀਂ ਜਾਣਿਆ ਕਿ ਸੁਨਹਿਰੀ ਨਿਯਮ ਦੇ ਵਿੱਚ ਨੈਤਿਕਤਾ ਦੇ ਸਾਰੇ ਸਿਧਾਂਤ ਇਕੱਠੇ ਨਹੀਂ ਜੁੜੇ ਹੋਏ। ਇਹ ਨਿਯਮ ਵਿਆਪਕ ਨਹੀਂ ਹੈ। ਅਸੀਂ ਸਿੱਖਿਆ ਕਿ ਸੁਨਹਿਰਾ ਨਿਯਮ ਵਿਸ਼ਵਾਸਯੋਗ ਨਹੀਂ ਹੁੰਦਾ। ਕਿਉਂ? ਕਿਉਂਕਿ ਇਹ ਇਨਸਾਨੀ ਜਾਮੇ ਵਿੱਚ ਕਮਜ਼ੋਰ ਹੈ। ਸਾਡੇ ਕੋਲ ਸ਼ਕਤੀ ਨਹੀਂ ਹੈ ਕਿ ਅਸੀਂ ਇਸ ਉੱਤੇ ਅਮਲ ਕਰ ਸਕੀਏ। ਪਿਆਰੇ ਦਰਸ਼ਕੋ, ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਹੁਣ ਸਾਨੂੰ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਇਜਾਜ਼ਤ ਦਿਓ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਚਨ ਦੇ ਦੁਆਰਾ ਸਾਨੂੰ ਅੱਜ ਪ੍ਰਭੂ ਆਸ਼ੀਸ਼ ਔਰ ਬਰਕਤ ਦਿੱਤੀ। ਪ੍ਰਭੂ ਸਾਨੂੰ ਸਿਖਾਇਆ ਕਿ ਪਿਤਾ ਪਰਮੇਸ਼ਵਰ ਅਸੀਂ ਸੁਨਹਿਰੀ ਆਗਿਆ ਦੇ ਅਨੁਸਾਰ ਆਪਣੇ ਪੜੋਸੀ ਨੂੰ ਆਪਣੇ ਵਾਂਗ ਪਿਆਰ ਕਰੀਏ ਔਰ ਕਿਸੇ ਵੀ ਗਲਤ ਚੀਜ਼ 'ਚ ਹਿੱਸੇਦਾਰੀ ਨਾ ਪਾਈਏ, ਲੇਕਿਨ ਹਰ ਉਹ ਅੱਛੀ ਚੀਜ਼ ਜੋ ਪ੍ਰਭੂ ਜੀ ਤੁਸੀਂ ਸਾਡੇ ਨਾਲ ਕਰਦੇ ਹੋ ਅਸੀਂ ਆਪਣੇ ਪੜੋਸੀਆਂ ਨਾਲ ਕਰ ਸਕੀਏ। ਪਿਆਰੇ ਪਿਤਾ ਪਰਮੇਸ਼ਵਰ, ਇਸ ਦੀ ਬਰਕਤ ਸਾਡੇ ਦਰਸ਼ਕਾਂ ਨੂੰ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਨ ਜ਼ਰੂਰ ਮਿਲੇ ਔਰ ਪ੍ਰਭੂ ਜੀ ਇਸ ਬਰਕਤ ਦੇ ਦੁਆਰਾ ਪਿਤਾ ਪਰਮੇਸ਼ਰ ਉਹਨਾਂ ਦੇ ਪਰਿਵਾਰ, ਉਹਨਾਂ ਦੇ ਪੜੋਸੀ ਤੁਹਾਡੇ ਤੋਂ ਆਸ਼ੀਸ਼ ਪਾ ਸਕੇ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।